ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੁੱਦਾ ਜੋ ਇਹਨਾਂ ਦਿਨਾਂ ਵਿੱਚ ਦੁਨੀਆ ਭਰ 'ਚ ਗਰਮ ਹੈ ਉਹ ਹੈ ਅਫਗਾਨਿਸਤਾਨ ਦਾ ਉਹ ਇਸ਼ੂ ਜਿਸ ਦੇ ਵਿੱਚ ਅਮਰੀਕਾ 20 ਸਾਲ ਲਗਾਤਾਰ ਉੱਥੇ ਆਪਣੀਆਂ ਫੌਜਾਂ ਲੈ ਕੇ ਉੱਥੋਂ ਦੀ ਹੋਣੀ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਅਫਗਾਨਿਸਤਾਨ ਉਹ ਦੇਸ਼ ਜਿਹੜਾ ਅਜੇਤੂ ਰਿਹਾ ਹੈ, ਚਾਹੇ ਰਸ਼ੀਆ ਹੋਵੇ ਜਾਂ ਅਮਰੀਕਾ, ਉਹਨਾਂ ਨੂੰ ਉੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਕੀ ਅਮਰੀਕਾ ਹਾਰਿਆ ਹੈ ਜਾਂ ਉਸ ਦੇਸ਼ ਦੀ ਖਲਕਤ ਹਾਰੀ ਹੈ? ਉੱਥੋਂ ਦੇ ਮਾਸੂਮ ਬੱਚੇ, ਉੱਥੋਂ ਦੀਆਂ ਔਰਤਾਂ, ਉੱਥੋਂ ਦੇ ਬਜ਼ੁਰਗ, ਉੱਥੋਂ ਦਾ ਸੰਤਾਪ ਹੰਢਾ ਰਿਹਾ ਉੱਥੋਂ ਦਾ ਆਵਾਮ। ਇਸ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਜਸਦੀਪ ਸਿੰਘ ਜੈਸੀ, ਜਿਹੜੇ ਇਸ ਖੇਤਰ ਦੇ ਵਿੱਚ ਮੁਹਾਰਤ ਰੱਖਦਿਆਂ ਹੋਇਆਂ ਸਾਊਥ ਏਸ਼ੀਅਨ ਖਿੱਤੇ ਨੂੰ ਅਮਰੀਕਾ ਦੀ ਸਿਆਸਤ ਨਾਲ ਜੋੜ ਕੇ ਬੜੀ ਗਹਿਰੀ ਜਾਣਕਾਰੀ ਨਾਲ ਦੇਖਦੇ ਨੇ। ਜਸਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਵਾਏ ਹਰੀ ਸਿੰਘ ਨਲੂਏ ਹੋਰਾਂ ਤੋਂ ਇਹ ਅਜੇਤੂ ਮੁਲਕ ਪਰ ਇਹਦੀ ਬਦਕਿਸਮਤੀ ਇੱਕ ਲੰਮੀ ਗਾਥਾ ਹੈ। ਮੌਜੂਦਾ ਹਾਲਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਮਰੀਕਾ ਬਾਹਰ ਨਿਕਲ ਆਇਆ ਹੈ। ਮੈਂ ਬਿਲਕੁਲ, ਤੁਸੀਂ ਠੀਕ ਕਿਹਾ ਹੈ ਕਿ ਜੇ ਅਫਗਾਨਿਸਤਾਨ ਦੀ ਹਿਸਟਰੀ ਵਿੱਚ ਜਾਈਏ ਤੇ ਇਹਦੇ ਉੱਪਰ ਇੱਕੋ ਵਾਰੀ ਫਤਿਹ ਕੀਤੀ ਗਈ ਸੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ, ਜੋ ਓਨਲੀ ਪੰਜਾਬੀ ਰੂਲਰ, ਸਿੱਖ ਰੂਲਰ, ਜਿਨ੍ਹਾਂ ਨੇ ਕਿ ਅਫਗਾਨਿਸਤਾਨ ਤੇ ਫਤਿਹ ਕੀਤੀ ਸੀ। ਔਰ ਉਹਨਾਂ ਦੀ ਸਿਰਫ ਫੌਜ ਵਿੱਚ ਸਿਰਫ, ਮੈਂ ਨਹੀਂ ਕਹਿੰਦਾ ਕਿ ਸਾਰੇ ਪੰਜਾਬੀ ਸਨ, ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਔਰ ਮਲਟੀ ਨੈਸ਼ਨਲ ਫੋਰਸ ਸੀ। ਉਹਨਾਂ ਦੇ ਜਰਨੈਲ ਜਿਹੜੇ ਸਨ ਫਰੈਂਚ ਸਨ, ਪਰ ਉਹ ਆਪ ਇੱਕ ਬਹੁਤ ਵੱਡੇ ਸਟਰੋਂਗ ਲੀਡਰ ਸਨ। ਔਰ ਉਹਨਾਂ ਦੀ ਲੀਡਰਸ਼ਿਪ ਜਿਹੜੀ ਸੀ ਉਹ ਇੰਨੀ ਸਟਰੋਂਗ ਸੀ ਕਿ ਉਹਨਾਂ ਦੇ ਜਰਨੈਲ ਅੱਗੇ ਜਾ ਕੇ ਕਬਜ਼ੇ ਕਰਕੇ ਤੇ ਫਤਿਹ ਕਰਦੇ ਸਨ। ਅੱਜ ਅਮਰੀਕਾ ਦੀ ਜਿਹੜੀ ਆਰਮੀ ਹੈ, ਦੁਨੀਆ ਦੀ ਸਭ ਤੋਂ ਤਾਕਤਵਰ ਆਰਮੀ ਹੈ, ਸਭ ਤੋਂ ਵੱਡੀ ਆਰਮੀ ਹੈ। ਸਾਡੀ ਜਿਹੜੀ ਮਿਲਟਰੀ ਫੋਰਸ ਹੈ ਅਮਰੀਕਾ ਦੀ, ਉਹ ਸੁਪਰ ਪਾਵਰ ਹੈ। ਸਾਡੇ ਕੋਲ ਇਹ ਜੇ ਜਹਾਜ਼ ਨੇ, ਇਹ ਜੇ ਬੰਬ ਨੇ। ਔਰ ਅਸੀਂ 20 ਸਾਲ ਬਿਲਕੁਲ ਅਫਗਾਨਿਸਤਾਨ ਨੂੰ ਕਬਜ਼ਾ ਕਰਕੇ ਉੱਥੇ ਬੈਠੇ ਸਾਂ। ਪਰ ਸਾਡੀ ਲੀਡਰਸ਼ਿਪ ਜਦੋਂ ਕਮਜ਼ੋਰ ਹੋਈ ਹੈ, ਔਰ ਉਹਦਾ ਅਸਰ ਸਾਨੂੰ ਐਂਡ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਜਦ ਲੀਡਰਸ਼ਿਪ ਵਿੱਚ ਵਿਲ ਨਹੀਂ ਸੀ ਉੱਥੇ ਰਹਿਣ ਦੀ ਜਾਂ ਅੱਗੇ ਉੱਥੇ ਫਾਈਟ ਕਰਨ ਦੀ, ਤੇ ਫਿਰ ਕਿੰਨੀ ਵੀ ਵੱਡੀ ਤੁਹਾਡੀ ਆਰਮੀ ਹੋਏ, ਤੁਹਾਨੂੰ ਰਿਟਰੀਟ ਕਰਨਾ ਪੈਂਦਾ ਹੈ। ਤੇ ਉਹੀ ਅਸੀਂ ਵੇਖਿਆ ਕਿ ਅਮਰੀਕਾ ਜਿਸ ਤਰ੍ਹਾਂ ਉੱਥੋਂ ਰਿਟਰੀਟ ਹੋਇਆ ਹੈ, ਇਹ ਹਿਸਟਰੀ ਵਿੱਚ ਲਿਖਿਆ ਜਾਏਗਾ ਕਿ ਇਹ, ਔਰ ਜਿਸ ਤਰੀਕੇ ਨਾਲ ਰਿਟਰੀਟ ਹੋਇਆ ਹੈ, ਇਹ ਬਹੁਤ ਵੱਡਾ ਇੱਕ ਫੇਲੀਅਰ ਸੀ ਅਮਰੀਕਾ ਦਾ ਇੰਟਰਨੈਸ਼ਨਲ ਲੈਵਲ 'ਤੇ, ਜਿਹੜਾ ਕਿ ਅੱਜ ਜਿਹੜਾ ਅਮਰੀਕਾ ਇੱਕ ਸੁਪਰ ਪਾਵਰ ਦੀ ਪੋਜੀਸ਼ਨ 'ਤੇ ਸੀ, ਅੱਜ ਉਹਨੂੰ ਬਾਕੀ ਸਾਰੇ ਮੁਲਕ ਉਸ ਨਜ਼ਰੀਏ ਨਾਲ ਨਹੀਂ ਵੇਖ ਰਹੇ ਨੇ। ਅਮਰੀਕਾ ਦੇ ਉੱਪਰ ਅੱਜ ਵਿਸ਼ਵਾਸ ਕਰਨਾ ਕਈ ਮੁਲਕਾਂ ਦਾ ਮੁਸ਼ਕਲ ਹੋ ਗਿਆ ਹੈ। ਔਰ ਬਹੁਤ ਹੀ ਦਿਲ ਨੂੰ ਸੱਟ ਲੱਗੀ ਕਿ ਜਦੋਂ ਜਿਸ ਤਾਲਿਬਾਨ ਨੂੰ ਇਹ 20 ਸਾਲ ਤੱਕ ਬਾਹਰ ਕੱਢਣ ਗਏ ਸੀ ਜਾਂ ਉਹਨਾਂ ਨੂੰ ਖਾਤਮਾ ਕਰਨ ਗਏ ਸੀ, ਉਹ ਅੱਜ 20 ਸਾਲ ਬਾਅਦ ਉਸੇ ਤਾਲਿਬਾਨ ਨੂੰ ਇਹ ਰਾਤ ਦੇ ਹਨੇਰੇ 'ਚ ਉੱਥੋਂ ਨਿਕਲੇ ਨੇ। ਔਰ ਜਿਹੜੇ ਅਮਰੀਕਨ ਪਿੱਛੇ ਰਹਿ ਗਏ ਨੇ, ਜਿਹੜੇ ਅਫਗਾਨ ਪਿੱਛੇ ਰਹਿ ਗਏ ਨੇ, ਉਹਨਾਂ ਦਾ ਇਹ ਹਾਲ ਕੀਤਾ ਹੈ ਕਿ ਜਿਵੇਂ ਤੁਸੀਂ ਭੇੜੀਏ ਨੂੰ ਕਹੋ ਕਿ ਇਹ ਮੁਰਗੀਆਂ ਦੇ ਦੜਬੇ ਦੀ ਤੂੰ ਰਾਖੀ ਕਰ। ਤੇ ਬਹੁਤ ਹੀ, ਇਹ ਬਹੁਤ, ਜਿਹਨੂੰ ਕਹਿੰਦੇ ਨਾ, ਹਿਸਟਰੀ ਨੂੰ ਦੱਸੇਗੀ ਕਿ ਬਹੁਤ ਗਲਤ ਸਟੈਪ ਸੀ ਜਿਵੇਂ ਅਮਰੀਕਾ ਨੇ ਉੱਥੋਂ ਐਗਜ਼ਿਟ ਕੀਤੀ। ਤੁਸੀਂ ਕੀ ਫਿਊਚਰ ਦੇਖਦੇ ਪਏ ਹੋ ਇਸ ਵੇਲੇ ਜਦੋਂ ਬਾਹਰ ਨਿਕਲ ਆਏ ਨੇ? ਇਸ ਵੇਲੇ ਤੇ ਭਵਿੱਖ ਬਹੁਤ ਹੀ ਬਲੀਕ ਹੈ, ਕਿਉਂਕਿ ਭਾਵੇਂ ਇਸ ਵੇਲੇ ਅਸੀਂ ਕਹਿ ਰਹੇ ਹਾਂ ਵੀ ਤਾਲਿਬਾਨ ਅਫਗਾਨਿਸਤਾਨ 'ਚ ਆ ਗਿਆ ਹੈ। ਤਾਲਿਬਾਨ ਦੇ ਆਪਣੇ ਕਈ ਫੈਕਸ਼ਨ ਨੇ ਉੱਥੇ। ਅਲ-ਕਾਇਦਾ ਵੀ ਹੈ, ਜਿਹਦੇ 'ਚ ਆਈਸਿਸ ਵੀ ਹੈ। ਆਈਸਿਸ ਕੇ ਦਾ ਨਾਂ ਆ ਰਿਹਾ, ਇੱਕ ਨਵੀਂ ਆਰਗੇਨਾਈਜੇਸ਼ਨ ਹੈ। ਔਰ ਉਹਨਾਂ ਦੀ ਆਪਸ ਵਿੱਚ ਵੀ ਉੱਥੇ ਸਿਵਲ ਵਾਰ ਹੋਣੇ, ਕਈ ਫੈਕਸ਼ਨਸ ਆਪਸ ਵਿੱਚ ਵੀ ਲੜਨਗੇ। ਇਸ ਦਾ ਜਿਹੜਾ ਸਭ ਤੋਂ ਵੱਡਾ ਖਮਿਆਜ਼ਾ ਜਿਹੜਾ ਮੈਂ ਸੋਚ ਰਿਹਾ ਜਿਹੜਾ ਮੁਲਕ ਜਿਹਨੂੰ ਪਏਗਾ ਉਹ ਪਾਕਿਸਤਾਨ ਹੈ, ਕਿਉਂਕਿ ਇੱਕ ਤੇ ਉਹ ਬਿਲਕੁਲ ਨੈਕਸਟ ਡੋਰ ਨੇਬਰ ਹੈ। 30 ਲੱਖ ਜਿਹੜਾ ਤਾਲਿਬਾਨੀ ਨੇ ਉਹ ਪਾਕਿਸਤਾਨ ਵਿੱਚ ਐਜ਼ ਅ ਰਿਫਿਊਜੀ ਰਹਿ ਰਹੇ ਨੇ। ਔਰ ਪਾਕਿਸਤਾਨ ਜੇ ਉਹਨਾਂ ਦੀ ਮਦਦ ਕਰਦਾ ਹੈ ਤਾਂ ਵੀ ਫਸਦਾ ਹੈ, ਜੇ ਪਾਕਿਸਤਾਨ ਉਹਨਾਂ ਦੇ ਖਿਲਾਫ ਜਾਂਦਾ ਹੈ ਤਾਂ ਵੀ ਪ੍ਰੋਬਲਮ ਹੈ। ਤੇ ਪਾਕਿਸਤਾਨ ਵਾਸਤੇ ਇਸ ਵੇਲੇ ਬਹੁਤ ਵੱਡੀ ਮੁਸੀਬਤ ਹੈ। ਭਾਰਤ ਨੂੰ ਇੱਕ ਵੱਡਾ ਝਟਕਾ ਲੱਗਿਆ। ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਇੰਡੀਆ ਨੇ ਕੀਤੀ ਸੀ ਅਫਗਾਨਿਸਤਾਨ 'ਚ। ਪਤਾ ਨਹੀਂ ਕੀ ਫੋਰਨ ਪਾਲਿਸੀ ਸੀ ਉਸ ਵੇਲੇ। ਅਸੀਂ ਉਹਨਾਂ ਦੀ ਪਾਰਲੀਮੈਂਟ ਵੀ ਬਣਾ ਦਿੱਤੀ, ਅਸੀਂ
ਡੈਮਸ ਵੀ ਬਣਾਤੇ, ਅਸੀਂ ਰੋਡਾਂ ਵੀ ਬਣਾਤੀਆਂ। ਜਿਹੜਾ ਮੁਲਕ ਉੱਥੇ ਗਿਆ ਸੀ ਅਮਰੀਕਾ, ਉਹਨਾਂ ਨੇ ਤਾਂ ਇੰਨਾ ਨਹੀਂ ਕੀਤਾ ਜਿੰਨਾ ਅਸੀਂ ਉੱਥੇ ਜਾ ਕੇ ਉਹਨਾਂ ਦੀ ਨੇਸ਼ਨ ਬਿਲਡਿੰਗ ਸ਼ੁਰੂ ਕਰਤੀ ਸੀ। ਉਹੀ ਕਹਾਂਗਾ ਵੀ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ, ਤੇ ਉਹ ਬੜਾ ਹੀ ਇੱਕ ਝਟਕਾ ਲੱਗਿਆ ਹੈ। ਪਰ ਇੱਕ ਇਹ ਵੀ ਮੈਂ ਕਹਾਂਗਾ ਕਿ ਹਾਲੀ ਸਾਰਾ ਦੁਨੀਆ ਤਾਲਿਬਾਨ ਨੂੰ ਵੇਖ ਰਹੀ ਹੈ। ਵੇਟ ਐਂਡ ਵਾਚ ਦੀ ਸਿਚੁਏਸ਼ਨ ਹੈ ਕਿ ਮਿਕਸ ਰਿਪੋਰਟਸ ਆ ਰਹੀਆਂ ਨੇ, ਕਈਆਂ ਰਿਪੋਰਟਸ ਆ ਰਹੀਆਂ ਨੇ ਕਿ ਉੱਥੇ ਔਰਤਾਂ ਨੂੰ ਫਿਰ ਉਹਨਾਂ ਦੇ ਅਧਿਕਾਰ ਛੀਨ ਲਏ ਨੇ। ਹੈਲੀਕਾਪਟਰ ਤੋਂ ਜਿਹੜੇ ਮੁਖਬਰ ਸਨ ਉਹਨਾਂ ਨੂੰ ਲਟਕਾਇਆ ਜਾ ਰਿਹਾ ਹੈ। ਕਈ ਖਬਰਾਂ ਆ ਰਹੀਆਂ ਨੇ, ਨਾਲ ਹੀ ਖਬਰਾਂ ਆ ਰਹੀਆਂ ਨੇ ਕਿ ਤਾਲਿਬਾਨ ਜਿਹੜਾ ਹੈ ਉਹ ਨਹੀਂ ਰਿਹਾ, ਬਦਲ ਗਏ ਨੇ ਇਸ ਵਾਰੀ। ਉਹ ਦੇ ਵਾਂਟ ਮੋਰ ਐਕਸੈਪਟੈਂਸ ਇਨ ਦਾ ਵਰਲਡ, ਦੇ ਉਹ ਦੁਨੀਆ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਨੇ। ਔਰ ਇੱਕ ਅੱਛੀ ਖਬਰ ਇਹ ਆਈ ਕਿ ਅੱਜ ਰੀਸੈਂਟਲੀ ਕੱਲ੍ਹ ਹੀ ਜਿਹੜੇ ਸਾਡੇ ਐਂਬੈਸਡਰ ਨੇ ਇੰਡੀਆ ਦੇ ਦੋਹਾ ਵਿੱਚ, ਉਹਨਾਂ ਦੀ ਮੀਟਿੰਗ ਹੋਈ ਹੈ ਤਾਲਿਬਾਨ ਦੇ ਹੈਡ ਲੀਡਰ ਨਾਲ। ਉਹ ਵੀ ਇੰਡੀਅਨ ਐਮਬੈਸੀ ਦੇ ਵਿੱਚ ਹੋਈ ਹੈ ਔਰ ਕਹਿੰਦੇ ਨੇ ਕਾਫੀ ਅੱਛੀ ਮੀਟਿੰਗ ਸੀ। ਉਹਦੇ ਵਿੱਚ ਤਾਲਿਬਾਨ ਨੇ ਅਸ਼ੋਰੈਂਸਿਸ ਦਿੱਤੀਆਂ ਨੇ ਕਿ ਜਿਹੜੇ ਸਿੱਖ ਤੇ ਹੋਰ ਰਿਫਿਊਜੀਜ਼ ਉੱਥੇ ਰਹਿ ਗਏ ਨੇ ਅਫਗਾਨਿਸਤਾਨ ਵਿੱਚ, ਉਹਨਾਂ ਨੂੰ ਸੇਫ ਕੀਤਾ ਜਾਏਗਾ। ਤੇ ਮੇਰੇ ਹਿਸਾਬ ਨਾਲ ਇੰਡੀਆ ਨੂੰ ਇਹ ਅਪਰੋਚ ਅੱਛੀ ਹੈ, ਬਾਤਚੀਤ ਖੁੱਲ੍ਹੀ ਰੱਖਣੀ ਚਾਹੀਦੀ ਹੈ। ਰਿਪੋਰਟਾਂ ਇਹ ਵੀ ਆਈਆਂ ਸੀ ਕਿ ਉਹਨਾਂ ਨੇ ਕਿਹਾ ਵੀ ਅਫਗਾਨਿਸਤਾਨ ਦੀ ਜ਼ਮੀਨ ਕਿਸੇ ਟੈਰਰਿਸਟ ਅਟੈਕ ਵਾਸਤੇ ਨਹੀਂ ਯੂਜ਼ ਕੀਤੀ ਜਾਏਗੀ। ਔਰ ਨਾ ਹੀ ਇੰਡੀਆ ਦੇ ਕਸ਼ਮੀਰ ਦੇ ਉੱਪਰ ਵੀ ਉਹਨਾਂ ਨੇ ਕਿਹਾ ਕਿ ਉਹ ਇੰਡੀਆ ਤੇ ਪਾਕਿਸਤਾਨ ਦਾ ਇੰਟਰਨਲ ਮਾਮਲਾ ਹੈ। ਤੇ ਜਿਹੜੇ ਸ਼ੁਰੂਆਤੀ ਇਹ 2-4 ਚੀਜ਼ਾਂ ਆਈਆਂ ਨੇ, ਠੀਕ ਹੈ, ਇੰਡੀਆ ਮਸਟ ਵੇਟ ਐਂਡ ਵਾਚ, ਨਾਲ ਡਾਇਲੌਗ ਜਾਰੀ ਰੱਖਣਾ ਚਾਹੀਦਾ ਹੈ। 22,000 ਕਰੋੜ ਦੀ ਇਨਵੈਸਟਮੈਂਟ ਇੰਡੀਆ ਦੀ ਹੈ ਜਿਹੜੀ ਤੁਸੀਂ ਦੱਸ ਰਹੇ ਸੀਗੇ। ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਅਮਰੀਕਾ ਨਿਕਲਣ ਲੱਗਿਆ ਉੱਥੇ ਹਥਿਆਰ ਛੱਡ ਕੇ ਆਇਆ ਹੈ, ਕਿ ਅਮਰੀਕਾ ਇੱਕ ਇਹੋ ਜਿਹਾ ਮੁਲਕ ਆ ਜਿਹੜਾ ਇਹ ਚੀਜ਼ਾਂ ਉਹਨਾਂ ਨੂੰ ਦੇ ਆਇਆ ਹੋਵੇ, ਸਵਾਏ 에ਅਰਪੋਰਟ ਤੇ ਜਿਹੜੇ ਉਹਨਾਂ ਦੇ ਕੁਝ ਜਹਾਜ਼ ਤੇ ਉਹ ਸੀ ਉਹਨਾਂ ਨੇ ਪੈਂਚਰ ਕਰ ਦਿੱਤੇ ਜਾਂ ਉਹਨਾਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ। ਇਹਦੇ ਵਿੱਚ ਕੋਈ ਲੰਬੀ ਨੀਤੀ ਨਹੀਂ ਨਜ਼ਰ ਆ ਰਹੀ, ਇਹਦੇ ਵਿੱਚ ਅਮਰੀਕਾ ਦੀ ਲੀਡਰਸ਼ਿਪ ਦੀ ਬੇਵਕੂਫੀ ਨਜ਼ਰ ਆ ਰਹੀ ਹੈ। ਇੱਕ 5ਵੀਂ ਕਲਾਸ ਦਾ ਬੱਚਾ ਇਸ ਤੋਂ ਜ਼ਿਆਦਾ ਬੈਟਰ ਪਲੈਨਿੰਗ ਕਰ ਸਕਦਾ ਸੀ, ਜਿਵੇਂ ਅਫਗਾਨਿਸਤਾਨ ਨੂੰ ਛੱਡ ਕੇ ਆਏ ਨੇ। ਜਿਵੇਂ ਅੱਜ ਤਾਲਿਬਾਨ ਕੋਲ ਆਸਟ੍ਰੇਲੀਆ ਤੋਂ ਵੱਡੀ ਆਰਮੀ ਮਿਲਟਰੀ ਦਾ ਇਕਵਿਪਮੈਂਟ ਪਿਆ ਹੈ। ਇੰਨੀਆਂ ਚੀਜ਼ਾਂ ਆਸਟ੍ਰੇਲੀਆ ਕੋਲ ਨਹੀਂ ਨੇ ਜਿੰਨਾ ਅੱਜ ਤਾਲਿਬਾਨ ਦੇ ਕੋਲ ਪਿਆ ਹੈ। ਹੈਲੀਕਾਪਟਰਸ, 700 ਹਵਿਟਜ਼ਰ ਤੋਪਾਂ ਜਿਹੜੀਆਂ ਇੰਡੀਆ ਕੋਲ ਨਹੀਂ ਨੇ। ਤੇ ਇੰਨਾ ਕੋਈ ਅਸਲਾ ਦੇ ਕੇ ਕਿੰਨੇ 40,000 ਆਰਮਰਡ ਹਮਰ ਉੱਥੇ ਛੱਡ ਕੇ ਆਏ ਨੇ। 6 ਲੱਖ ਸਫਿਸਟੀਕੇਟਡ ਗੰਨਾਂ, ਬਹੁਤ ਵੱਡਾ ਜ਼ਖੀਰਾ ਹੈ ਜਿਹੜਾ ਕਿ ਹੁਣ ਗਲਤ ਹੱਥਾਂ ਵਿੱਚ ਲੱਗ ਗਿਆ ਹੈ। ਔਰ ਇਹੀ ਡਰ ਹੈ ਕਿ ਅੱਗੇ ਉੱਥੇ ਹੁਣ ਇਹ ਕਿਹਦੇ ਉੱਪਰ ਹੀ ਇਸਤੇਮਾਲ ਹੋਣਾ ਹੈ। ਹੈਲੀਕਾਪਟਰ ਆਲਰੇਡੀ ਤੁਸੀਂ ਵੇਖ ਰਹੇ ਹੋ ਯੂਜ਼ ਹੋ ਰਹੇ ਨੇ, ਅਮਰੀਕਨ ਹੈਲੀਕਾਪਟਰ ਲੋਕਾਂ ਨੂੰ ਟੰਗ ਕੇ ਤੇ ਉਹ ਪੂਰੇ ਕੰਧਾਰ ਸ਼ਹਿਰ 'ਚ ਉਡਾਏ ਜਾ ਰਹੇ ਨੇ। ਤੇ ਇਹ ਬਹੁਤ ਹੀ ਇੱਕ ਜਿਹਨੂੰ ਕਹਿੰਦੇ ਨਾ ਬਿਲਕੁਲ ਇੰਨੀ ਇੱਕ ਡਿਜ਼ਾਸਟਰਸ ਇਹ ਪਲਾਨ ਸੀ। ਔਰ ਅਮਰੀਕਾ ਨੂੰ ਇੰਨਾ ਵੱਡਾ ਇਹਦੇ ਨਾਲ ਨੁਕਸਾਨ ਹੋਇਆ ਹੈ ਔਰ ਹੋਏਗਾ ਅੱਗੇ ਵੀ ਕਿ ਇਹ ਅਨਬਿਲੀਵੇਬਲ ਹੈ। ਔਰ ਇਹਦਾ ਸਿੱਧਾ ਜਿਹੜਾ, ਔਰ ਉਸ ਤੋਂ ਬਾਅਦ ਰਿਮੋਰਸ ਨਹੀਂ ਹੈ। ਸਾਡੀ ਲੀਡਰਸ਼ਿਪ ਇਸ ਵੇਲੇ ਅਮਰੀਕਾ ਦੀ, ਉਹਨਾਂ ਨੂੰ ਕੋਈ ਰਿਮੋਰਸ ਨਹੀਂ ਨਾ। ਉਹ ਹਾਲੀ ਵੀ ਝੂਠ ਦੇ ਪੁਲੰਦੇ ਤੇ ਚੱਲ ਰਹੇ ਨੇ ਔਰ ਹਾਈਲਾਈਟ ਕਰ ਰਹੇ ਨੇ ਕਿ ਅਸੀਂ ਕਾਬੁਲ 에ਅਰਪੋਰਟ ਤੇ 23 ਜਹਾਜ਼ ਜਿਹੜੇ ਉਹ ਪੰਚਰ ਕਰ ਆਏ ਆ। ਜਿਹੜੇ 200 ਜਹਾਜ਼ ਛੱਡ ਆਏ ਹੋ, ਜਿਹੜੇ ਤੁਸੀਂ ਉੱਥੇ ਹੈਲੀਕਾਪਟਰਸ ਛੱਡ ਆਏ ਹੋ, ਉਹਨਾਂ ਦਾ ਕੀ? ਉਹਦੇ ਬਾਰੇ ਗੱਲ ਨਹੀਂ ਕਰ ਰਹੇ। ਔਰ ਪਹਿਲੀ ਵਾਰੀ ਇਹ ਦੇਖਿਆ ਗਿਆ ਹੈ ਕਿ ਅਮਰੀਕਨ ਆਰਮੀ, ਅਮਰੀਕਨ ਮਿਲਟਰੀ ਉਹ ਸੀ ਜਿਹੜੇ ਪਿੱਛੇ ਬੰਦੇ ਨਹੀਂ ਛੱਡ ਕੇ ਆਉਂਦੇ ਸਨ, ਇਹ ਲਾਸਟ ਬੰਦਾ ਤੱਕ ਲੈ ਕੇ ਆਉਂਦੇ ਸਨ। ਅੱਜ ਇਹ ਕਹੀ ਜਾ ਰਹੇ ਨੇ ਕਿ ਉੱਥੇ ਜੀ 200 ਅਮਰੀਕਨ ਹਾਲੇ ਵੀ ਅਫਗਾਨਿਸਤਾਨ 'ਚ ਫਸਿਆ ਪਿਆ। ਤੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਸ਼ਰਮ ਦੀ ਗੱਲ ਹੈ ਕਿ ਸਾਡੇ CIA ਦੇ ਜਿਹੜੇ ਹੈਡ ਨੇ, ਡਾਇਰੈਕਟਰ, ਉਹ ਉੱਥੇ ਜਾ ਕੇ ਪਲੀਡ ਕਰਦੇ ਰਹੇ ਨੇ ਤਾਲਿਬਾਨ ਨੂੰ ਕਿ ਸਾਨੂੰ 2 ਦਿਨ ਹਫ਼ਤੇ ਦੀ ਮੋਹਲਤ ਹੋਰ ਦਿਓ। ਔਰ ਉਹਨਾਂ ਨੇ ਅੱਗੋਂ ਕਿਹਾ ਨਾ, 1 ਘੰਟਾ ਵੀ ਨਹੀਂ ਦੇਵਾਂਗੇ। ਤੇ ਇਹ ਹਾਲਤ ਹੋ ਜਾਏ ਇਸ ਸੁਪਰ ਪਾਵਰ ਦੀ, ਇਹ ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹੜੀ? ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਇਹਨਾਂ ਦੀ ਕੰਟੀਨਿਊਟੀ ਦੇ ਵਿੱਚ ਹੀ ਮੈਂ ਤੁਹਾਡੇ ਤੋਂ ਕੁਝ ਹੋਰ ਗੱਲਾਂ ਪੁੱਛਣੀਆਂ ਚਾਹੁੰਦਾ ਹਾਂ ਕਿ ਮੌਜੂਦਾ ਜਿਹੜੀ ਅਮਰੀਕਾ ਦੀ ਸਿਆਸਤ ਹੈ ਉਹਦੇ ਉੱਤੇ ਇਹਦਾ ਕੀ ਅਸਰ ਪਵੇਗਾ, ਤੇ ਜਿਹੜਾ ਉਸ ਖਿੱਤੇ ਦੇ ਵਿੱਚ ਇਸ ਵੇਲੇ ਕੁਝ ਪੱਖ ਤੁਸੀਂ ਟੱਚ ਕੀਤਾ ਹੈ, ਕੁਝ ਮੈਂ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਇੰਡੀਆ ਦੀ ਕੀ ਸਿਚੁਏਸ਼ਨ ਹੋਵੇਗੀ। ਇਹ ਸਾਰੀਆਂ ਗੱਲਾਂ ਕਰਾਂਗੇ ਜਸਦੀਪ ਸਿੰਘ ਜੈਸੀ ਹੋਰਾਂ ਨਾਲ, ਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਅਫਗਾਨਿਸਤਾਨ ਦੀ ਮੌਜੂਦਾ ਸਿਚੁਏਸ਼ਨ, ਸਾਊਥ ਏਸ਼ੀਆ ਵਿੱਚ ਇਸ ਦੇ ਕੀ ਪ੍ਰਭਾਵ ਹੋਣਗੇ ਤੇ ਅਮਰੀਕਾ ਦੀ ਸਿਆਸਤ ਦੇ ਉੱਪਰ ਇਹਦਾ ਕੀ ਅਸਰ ਹੋਵੇਗਾ। ਸਾਡੇ ਨਾਲ ਨੇ ਜਸਦੀਪ ਸਿੰਘ ਜੈਸੀ ਜੀ, ਤੁਹਾਡਾ ਫਿਰ ਸਵਾਗਤ ਹੈ। ਥੈਂਕ ਯੂ। ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਅਮਰੀਕਾ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਇਹ ਬਹੁਤ ਵੱਡੀ ਬੇਵਕੂਫੀ ਹੈ, ਪਰ ਗੱਲ ਤਾਂ ਇਹ ਸ਼ੁਰੂ ਕੀਤੀ ਸੀ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਉਹਨਾਂ ਨੇ ਤਾਲਿਬਾਨ ਨੂੰ ਕੈਂਪ ਡੇਵਿਡ ਦੇ ਵਿੱਚ ਵੀ ਸੱਦ ਲਿਆ ਸੀ, ਪਰ ਉਹਨਾਂ ਨੇ ਸ਼ਰਤ ਇਹ ਰੱਖੀ ਸੀ ਕਿ ਤਾਲਿਬਾਨ ਗੋਲੀਬੰਦੀ ਕਰਨ। ਐਂਡ 2 ਦਿਨ ਪਹਿਲੋਂ ਉਹਨਾਂ ਨੇ ਉੱਥੇ ਕੋਈ ਹਮਲਾ ਹੋ ਗਿਆ ਅਫਗਾਨਿਸਤਾਨ ਦੇ ਵਿੱਚ ਤੇ ਕੈਂਪ ਡੇਵਿਡ ਦੇ ਵਿੱਚੋਂ ਇਹਨਾਂ ਨੇ ਉਹ ਮੀਟਿੰਗ ਉਹਨਾਂ ਨਾਲ ਬੰਦ ਕਰ ਦਿੱਤੀ। ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ, ਕਿਉਂਕਿ ਤੁਸੀਂ ਖੁਦ ਟਰੰਪ ਦੇ ਬੜੇ ਵੱਡੇ ਸਪੋਰਟਰ ਰਹੇ ਹੋ, ਇਹ ਤਾਂ ਨਹੀਂ ਹੈਗਾ ਕਿ ਤੁਸੀਂ ਸਿਰਫ ਵਿਰੋਧ ਕਰਨ ਲਈ ਇਹ ਗੱਲ ਕਹਿ ਰਹੇ ਹੋ, ਇਹਦੇ ਪਿੱਛੇ ਕੀ ਆਧਾਰ ਜਾਂ ਲੌਜਿਕ ਨਜ਼ਰ ਆ ਰਿਹਾ ਤੁਹਾਨੂੰ? ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਟਰੰਪ ਦੀ ਵੀ ਪਾਲਿਸੀ ਦੇ ਉੱਪਰ ਆਵਾਂਗਾ, ਜਿਹੜਾ ਉਹਨਾਂ ਦਾ ਕੰਟਰੈਕਟ ਹੋਇਆ ਸੀ ਇਹਨਾਂ ਨਾਲ, ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਮਰੀਕਾ ਨੂੰ ਅਫਗਾਨਿਸਤਾਨ ਤੋਂ ਨਿਕਲਣਾ ਚਾਹੀਦਾ ਸੀ ਜਾਂ ਆਪਣੀ ਫੋਰਸਿਸ ਕੱਟ ਕਰਨੀਆਂ ਚਾਹੀਦੀਆਂ ਸੀ, ਪਰ ਜਿਸ ਤਰੀਕੇ ਨਾਲ ਕੀਤੀਆਂ ਗਈਆਂ ਨੇ ਉਹਦੇ ਉੱਪਰ ਕੁਐਸਚਨ ਉੱਠ ਰਹੇ ਨੇ। ਇੱਥੇ ਤੱਕ ਉੱਠ ਰਹੇ ਨੇ ਕਿ ਅੱਜ ਦੋਵੇਂ ਪਾਸੋਂ ਰਿਪਬਲਿਕਨ ਅਤੇ ਡੈਮੋਕ੍ਰੇਟਸ ਦੋਵਾਂ ਪਾਸੋਂ ਆਵਾਜ਼ਾਂ ਆ ਰਹੀਆਂ ਨੇ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਇੰਪੀਚ ਕੀਤਾ ਜਾਏ। ਪ੍ਰੈਜ਼ੀਡੈਂਟ ਟਰੰਪ ਹਫ਼ਤਾ ਪਹਿਲੇ 2 ਦਿਨ ਪਹਿਲੇ ਸ਼ੌਨ ਹੈਨਿਟੀ ਦੇ ਸ਼ੋਅ 'ਤੇ ਵੀ ਆਏ ਸੀ, ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਹੈ, ਔਰ ਉਸ ਵੇਲੇ ਵੀ ਉਹਨਾਂ ਦੀ ਤੁਸੀਂ ਪੁਰਾਣੀਆਂ ਜਦੋਂ ਦੇਖੋ ਕੈਂਪੇਨ ਦੇ ਵਿੱਚ ਉਹ ਅਫਗਾਨਿਸਤਾਨ ਤਾਲਿਬਾਨ ਦੀ ਗੱਲ ਕਰਦੇ ਸੀ। ਜਦ ਉਹਨਾਂ ਨੇ ਐਲ ਬਗਦਾਦੀ, ਜਿਹੜਾ ਕਿ ਆਈਸਿਸ ਦਾ ਇੱਕ ਬਹੁਤ ਵੱਡਾ ਲੀਡਰ ਸੀ ਆਈਸਿਸ ਦਾ, ਉਹਨੂੰ ਜਦੋਂ ਮਾਰਿਆ ਸੀ, ਉਸ ਤੋਂ ਬਾਅਦ ਕਾਸਮ ਸੁਲੇਮਾਨੀ, ਜਿਹਨੂੰ ਕਿ ਜਿਹੜਾ ਕਿ ਸਾਰਾ ਆਰਗੇਨਾਈਜ਼ ਕਰਦਾ ਸੀ ਦੁਨੀਆਈ ਟੈਰਰਿਜ਼ਮ, ਉਹਨੂੰ 에ਅਰਪੋਰਟ ਤੇ ਡਰੋਨ ਨਾਲ ਮਾਰਿਆ ਸੀ। ਜਿਹੜਾ ਤਾਲਿਬਾਨ ਔਰ ਜਿਹੜੀ ਇਹ ਸਾਰੀ ਆਰਗੇਨਾਈਜੇਸ਼ਨ ਸੀ, ਇਹਨਾਂ ਵਿੱਚ ਹੜਕੰਪ ਮਚ ਗਿਆ ਸੀ, ਕਿਉਂਕਿ ਇੰਨੇ ਵੱਡੇ ਟਾਰਗੇਟ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਾਫ਼ ਕੀਤੇ ਸੀ, ਔਰ ਉਸ ਹੜਕੰਪ ਵਿੱਚ ਜਦ ਇਹ ਬਿਲਕੁਲ ਡਰੇ ਹੋਏ ਸੀ, ਉਸ ਵੇਲੇ ਟਰੰਪ ਨੇ ਇਹਨਾਂ ਨਾਲ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਸੀ, ਔਰ ਪ੍ਰੈਜ਼ੀਡੈਂਟ ਟਰੰਪ ਨੇ ਇਹਨਾਂ ਨੂੰ ਬਿਲਕੁਲ ਨੈਗੋਸ਼ੀਏਟ ਕਰਕੇ ਇੱਕ ਪਲਾਨ 'ਤੇ ਲੈ ਆਏ ਸੀ। ਔਰ ਉਸ ਪਲਾਨ ਵਿੱਚ ਜਿਹੜਾ ਇਹ ਨਹੀਂ ਸੀ ਕਿ ਅਸੀਂ ਇਸ ਤਰ੍ਹਾਂ ਰਾਤ ਦੇ ਅੰਧੇਰੇ ਵਿੱਚ ਬਰਗਰਮ 에ਅਰ ਬੇਸ ਦੀ ਚਾਬੀਆਂ ਦੇਵਾਂਗੇ ਔਰ ਅੱਧੀ ਰਾਤੀ ਉੱਥੋਂ ਫਲਾਈ ਕਰਕੇ ਤੇ ਪਿੱਛੇ ਅਮਰੀਕਨਸ ਛੱਡ ਕੇ ਆ ਜਾਵਾਂਗੇ। ਉਸ ਪਲਾਨ ਵਿੱਚ ਇਹ ਸੀਗਾ ਕਿ 에ਅਰ ਫੋਰਸ ਜਿਹੜੀ ਹੈ ਉਹ ਸਭ ਤੋਂ ਬਾਅਦ ਹੀ ਹਟਾਈ ਜਾਂਦੀ ਹੈ। ਇਹਨਾਂ ਨੇ 에ਅਰ ਫੋਰਸ ਸਭ ਤੋਂ ਪਹਿਲੇ ਹਟਾਈ। ਜਿਹੜੀ ਅਫਗਾਨ ਫੋਰਸਿਸ ਉੱਥੇ ਲੜ ਰਹੀਆਂ ਸੀ, ਉਹਨਾਂ ਨੂੰ 에ਅਰ ਫੋਰਸ ਦੀ ਹਮੇਸ਼ਾ ਸਪੋਰਟ ਰਹਿੰਦੀ ਸੀ। ਜਦ ਉਹਨਾਂ ਦੀ 에ਅਰ ਫੋਰਸ ਗਈ ਤੇ ਅਫਗਾਨ ਜਿਹੜੀ ਮਿਲਟਰੀ ਸੀ ਉਹ ਦਿਨਾਂ ਵਿੱਚ ਕੋਲੈਪਸ ਹੋ ਗਈ ਬਿਨਾਂ ਸਪੋਰਟ ਤੋਂ, ਜਿਹੜੀ ਸਪੋਰਟ ਇੰਨੇ ਸਾਲਾਂ ਤੋਂ ਉਹਨਾਂ ਨੂੰ ਦੇ ਰਹੇ ਸੀ ਜੀ। ਦੂਜੀ ਗੱਲ, ਇਹਨਾਂ ਨੇ ਜਿੰਨਾ ਇਕਵਿਪਮੈਂਟ ਉੱਥੇ ਬਿਲੀਅਨਸ ਛੱਡ ਕੇ ਆਏ ਨੇ, ਉਹਨਾਂ ਨੇ ਸਾਰਾ ਜਾਂ ਤੇ ਵਾਪਸ ਲੈ ਕੇ ਆਉਣਾ ਸੀ ਜਾਂ ਉਡਾ ਦੇਣਾ ਸੀ। ਬੇਸਿਸ ਸਾਰੀਆਂ ਉਡਾ ਦੇਣੀਆਂ ਸੀ, ਸਿਰਫ ਇੱਕ ਬੇਸ ਰੱਖਣੀ ਸੀ ਬਰਗਰਮ 에ਅਰ ਫੋਰਸ ਬੇਸ, ਉਹ ਵੀ ਅਫਗਾਨੀਆਂ ਵਾਸਤੇ ਘੱਟ, ਚਾਈਨਾ ਤੇ ਈਰਾਨ ਵਾਸਤੇ ਜ਼ਿਆਦਾ, ਕਿਉਂਕਿ ਬਿਲਕੁਲ ਨੇੜੇ ਨੇ ਉਹ ਕੰਟਰੀ ਅਫਗਾਨਿਸਤਾਨ ਦੇ। ਬਰਗਰਮ 에ਅਰ ਫੋਰਸ ਬੇਸ ਉਹਨਾਂ ਦਾ ਪਲਾਨ ਸੀ ਕਿ ਇੱਥੇ ਹਮੇਸ਼ਾ ਰਵਾਂਗੇ, ਜਿਸ ਤਰ੍ਹਾਂ ਤੁਹਾਡੇ ਅੱਜ ਵੀ ਜਾਪਾਨ ਵਿੱਚ ਅਮਰੀਕਨ ਫੋਰਸਿਸ ਨੇ, ਕੋਰੀਆ ਵਿੱਚ ਅਮਰੀਕਨ ਫੋਰਸਿਸ ਬੈਠੀਆਂ ਨੇ, ਜਰਮਨੀ ਵਿੱਚ ਅਮਰੀਕਨ ਫੋਰਸਿਸ ਬੈਠੀਆਂ ਨੇ, ਫਿਲੀਪੀਨਸ ਵਿੱਚ ਬੈਠੀਆਂ ਨੇ। ਇਸੇ ਤਰ੍ਹਾਂ ਹੀ ਅਫਗਾਨਿਸਤਾਨ ਵਿੱਚ ਵੀ ਇੱਕ ਬੇਸ ਅਮਰੀਕਾ ਨੇ ਬਰਗਰਮ 에ਅਰ ਫੋਰਸ ਬੇਸ ਹਮੇਸ਼ਾ ਰੱਖਣੀ ਸੀ। ਇਹ ਪਲਾਨ ਦਾ ਹਿੱਸਾ ਸੀ, ਔਰ ਇਸ ਦੇ ਬਾਅਦ ਉਹਨਾਂ ਨੇ ਬਾਕੀ ਸਭ ਤਰਫੋਂ ਬਾਕੀ ਬੇਸਾਂ ਬੰਦ ਕਰਕੇ ਉੱਥੋਂ ਨਿਕਲਣਾ ਸੀ। ਜਿਹੜਾ ਕਿ ਔਰ ਦੂਜੀ ਸਭ ਤੋਂ ਵੱਡੀ ਗੱਲ, ਜਿਹੜਾ ਅੱਜ 1,20,000 ਅਫਗਾਨੀ ਰੈਫਿਊਜੀ ਅਮਰੀਕਾ ਵਿੱਚ ਆ ਗਿਆ ਬਿਨਾਂ ਕਿਸੇ ਵੈਟਿੰਗ ਤੋਂ। ਕਿਸੇ ਨੇ ਵੈਟ ਨਹੀਂ ਕੀਤਾ। ਤੁਸੀਂ ਹਾਲਾਤ ਵੇਖ ਲਏ ਨੇ ਕਾਬੁਲ 'ਚ, ਕਿਵੇਂ ਲੋਕੀ ਭੱਜ ਕੇ ਜਹਾਜ਼ ਵਿੱਚ ਬਹਿ ਰਹੇ ਸਨ, ਤੇ ਉਹ ਇੱਕ ਜਹਾਜ਼ 'ਤੇ ਤੁਸੀਂ ਸੁਣਿਆ ਕਿ ਉਹ ਅੰਦਰ ਬਹਿ ਗਏ ਤੇ ਪਾਇਲਟ ਨੇ ਬਸ ਦਰਵਾਜ਼ੇ ਬੰਦ ਕੀਤੇ ਤੇ ਉਡਾ ਕੇ ਲਿਆਇਆ। ਤੇ ਉੱਥੇ ਕਿਹੜੀ ਵੈਟਿੰਗ ਹੋਈ ਹੈ? ਹੁਣ ਉਹਦੇ ਵਿੱਚ ਕੀ ਪਤਾ ਤੁਹਾਨੂੰ ਅਲਕਾਇਦਾ ਦੇ ਬੰਦੇ ਅਮਰੀਕਾ 'ਚ ਆ ਗਏ ਹੋਣ, ਆਈਸਿਸ ਦੇ ਆ ਗਏ ਹੋਏ। ਵੈਟ ਤੇ ਕਰ ਰਹੇ ਨੇ ਕਤਰ ਜਾਂ ਜਿਹੜੇ ਇਹਨਾਂ ਨੇ ਟ੍ਰਾਂਜ਼ਿਟ ਕੇਂਦਰ ਬਣਾਏ ਸੀ ਉਹਨਾਂ ਤੋਂ। ਸਰ, ਸਾਊਥ ਦਾ ਤੁਹਾਡਾ ਬਾਰਡਰ ਪੂਰਾ ਖੁੱਲਾ, ਬਾਈਡਨ ਸਾਹਿਬ ਨੇ ਉਹ ਤੇ ਬੰਦ ਨਹੀਂ ਕੀਤਾ। ਮੈਕਸੀਕੋ ਤੋਂ ਜੋ ਮਰਜ਼ੀ ਅੰਦਰ ਆਈ ਜਾ ਰਿਹਾ ਹੈ, ਤੇ ਉਹ ਵੈਟਿੰਗ ਛੱਡ ਦਿਓ। ਟਰੰਪ ਪਲਾਨ ਵਿੱਚ ਇਹ ਸੀਗਾ ਕਿ ਜਿੰਨੇ ਵੀ ਅਫਗਾਨਿਸਤਾਨ ਦੇ ਰਿਫਿਊਜੀ ਨੇ, ਇਹਨਾਂ ਨੂੰ ਮਿਡਲ ਈਸਟ ਦੀ ਕੰਟਰੀਜ਼ ਵਿੱਚ ਰੱਖਿਆ ਜਾਏਗਾ। ਇਹਨਾਂ ਨੂੰ ਕਤਰ ਵਿੱਚ ਰੱਖਿਆ ਜਾਏਗਾ, ਕੁਵੈਤ ਵਿੱਚ ਰੱਖਿਆ ਜਾਏਗਾ, ਦੁਬਈ ਵਿੱਚ ਰੱਖਿਆ ਜਾਏਗਾ, ਸਾਊਦੀ ਅਰੇਬੀਆ 'ਚ ਰੱਖਿਆ ਜਾਏਗਾ, ਜਿਹੜੇ ਕਿ ਇੰਨੇ ਅਮੀਰ ਮੁਲਕ ਨੇ ਔਰ ਉਸ ਇਲਾਕੇ ਦੇ ਲੋਕ ਨੇ। ਇਹ ਉੱਥੇ ਹੀ
ਇਹਨਾਂ ਨੂੰ ਜ਼ਿੰਮੇਵਾਰੀ ਬਣਦੀ ਨਾ ਮੁਲਕਾਂ ਦੀ ਕਿ ਉਹਨਾਂ ਨੂੰ ਉੱਥੇ ਰੱਖਿਆ ਜਾਏ ਧਾਰਮਿਕ ਤੌਰ ਤੇ ਕਲਚਰਲ ਤੌਰ ਤੇ ਉਹਨਾਂ ਨੂੰ 7 ਸਮੁੰਦਰ ਪਾਰ ਲਿਆ ਕੇ ਅਮਰੀਕਾ ਨਹੀਂ ਵਸਾਇਆ ਜਾਏਗਾ, ਉੱਥੇ ਹੀ ਲੋਕਲੀ ਵਸਾਇਆ ਜਾਏਗਾ। ਇਹ ਵੀ ਇਹਨਾਂ ਨੇ ਬਿਲਕੁਲ ਸੋਚਿਆ ਨਹੀਂ ਵੀ ਉਹਨਾਂ ਦਾ ਕੀ ਕਰਨਾ ਹੈ, ਅੱਗੇ ਕੀ ਹੋਣਾ ਹੈ। ਤੇ ਇਹ ਪੂਰਾ ਦਾ ਪੂਰਾ ਜਿਹੜਾ ਇਹਦਾ ਬਲੇਮ ਹੈ। ਚਲੋ, ਔਰ ਮੈਂ 1 ਮਿੰਟ ਵਾਸਤੇ ਅਸੀਂ ਫਰਜ਼ ਵੀ ਕਰ ਲਈਏ ਕਿ ਇਹ ਡੋਨਲਡ ਟਰੰਪ ਦੀ ਪਾਲਿਸੀ ਸੀ, ਠੀਕ ਹੈ। ਹੋਰ ਤੇ ਸਾਰੀ ਪਾਲਿਸੀਆਂ ਬਾਈਡਨ ਸਾਹਿਬ ਨੇ ਮੰਨੀ ਨਹੀਂ ਉਹਨਾਂ ਦੀ, ਬਾਕੀ ਤੇ ਸਾਰੀਆਂ ਉਹਨਾਂ ਨੇ ਪਹਿਲੇ ਦਿਨ ਆਉਂਦੇ ਪਾਈਪਲਾਈਨ ਵੀ ਬੰਦ ਕਰਤੀ, ਇਮੀਗ੍ਰੇਸ਼ਨ ਦੇ ਵੀ ਉਹਨਾਂ ਦੀਆਂ ਬਾਰਡਰ ਖੋਲਤੇ, ਬਾਕੀ ਸਾਰੀਆਂ ਨਹੀਂ ਮੰਨੀਆਂ। ਤੇ ਇਹ ਕਿਉਂ ਫਿਰ ਮੰਨ ਲਈ ਜਿੰਨੀ ਇਹਨਾਂ ਨੂੰ ਸੀਗਾ। ਤੇ ਇਹ ਬਿਲਕੁਲ ਇਹਦਾ ਜਿਹੜੀ ਰਿਸਪੌਂਸਿਬਿਲਿਟੀ ਹੈ ਇਸ ਐਡਮਿਨਿਸਟ੍ਰੇਸ਼ਨ ਦੇ ਉੱਪਰ ਹੈ। ਔਰ ਆਉਣੇ ਵਾਲੇ ਚੁਣਾਵ ਵਿੱਚ ਮਿਡ ਟਰਮ ਜਿਹੜੇ 2022 ਦੇ ਚੁਣਾਵ ਆ ਰਹੇ ਨੇ, ਉਹਦੇ ਵਿੱਚ ਇੱਕ ਇਹਦਾ ਬਹੁਤ ਜ਼ਬਰਦਸਤ ਅਮਰੀਕਾ ਦੀ ਪੋਲਿਟਿਕਸ ਵਿੱਚ ਅਸਰ ਪਏਗਾ। ਔਰ ਇਹ ਬਲਕਿ 2022 ਤੋਂ ਵੀ ਬਾਅਦ, ਕਿਉਂਕਿ ਜਦੋਂ ਵੀ ਇਹ ਮਿਲਟਰੀ ਜਾਂ ਇਹ ਕਿਸਮ ਦੀ, ਕਿਉਂਕਿ ਅਮਰੀਕਨ ਜਿਹੜੇ ਨੇ ਨਾ, ਹਰ ਘਰ ਤੋਂ ਬੰਦਾ ਗਿਆ ਹੁੰਦਾ ਹੈ ਵਾਰ 'ਚ। ਇਹ ਤੁਹਾਨੂੰ ਵੀ ਪਤਾ ਹੈ ਹਾਊ ਡੀਪਲੀ ਇਨਵੋਲਵਡ ਰੂਰਲ ਅਮਰੀਕਾ ਹੈਗਾ, ਜਿਹੜਾ ਕਿ ਵਾਰਸ ਵਿੱਚ ਹਰ ਘਰ ਤੋਂ ਬੱਚਾ ਗਿਆ। 4000 ਸੋਲਜਰ ਅਫਗਾਨਿਸਤਾਨ 'ਚ ਮਰੇ ਨੇ। ਅੱਜ ਉਹ ਸਵਾਲ ਕਰ ਰਹੇ ਨੇ, ਰੋਜ਼ ਤੁਸੀਂ ਇੱਥੇ ਟੀਵੀਆਂ ਤੇ ਦੇਖਦੇ ਹੋ, ਉਹਨਾਂ ਦੇ ਮਾਂ-ਪਿਓ ਜਿਹੜੇ ਗੋਲਡਨ ਫੈਮਲੀਜ਼ ਨੇ, ਉਹ ਆ ਕੇ ਪੁੱਛਦੀਆਂ ਨੇ ਵੀ ਸਾਡੇ ਬੱਚੇ ਦੀ ਕੁਰਬਾਨੀ ਕਿਸ ਪਾਸੇ ਗਈ, ਕਿਉਂ ਹੋਈ। ਜੇ ਇਹੀ ਕੰਮ ਹੋਣਾ ਸੀ 20 ਸਾਲ ਬਾਅਦ, ਤੇ 4000 ਅਮਰੀਕਾ ਦੇ ਸੋਲਜਰ ਅਫਗਾਨਿਸਤਾਨ 'ਚ ਕਿਉਂ ਮਰੇ ਨੇ। ਤੇ ਇਹ ਇਸ ਗੱਲ ਦਾ ਜਿਹੜਾ ਬਹੁਤ ਡੀਪ ਇੰਪੈਕਟ ਪੈ ਰਿਹਾ, ਔਰ ਬਿਲਕੁਲ 2022 ਦੀ ਸਿਆਸਤ ਵਿੱਚ ਇਹਦਾ ਅਸਰ ਪਏਗਾ। ਮੇਰੇ ਹਿਸਾਬ ਨਾਲ ਹਾਊਸ ਤੇ ਸੈਨੇਟ ਦੋਵੇਂ ਇਸ ਵੇਲੇ ਫਲਿਪ ਹੋਣਗੇ। ਇਹ ਦੋਏ ਰਿਪਬਲਿਕਨ ਮੈਜੋਰਟੀ ਹੋਣਗੇ। ਔਰ ਵੱਡੀ ਗੱਲ ਨਹੀਂ ਕਿ ਇੱਕ ਵਾਰੀ ਰਿਪਬਲਿਕਨ ਮੈਜੋਰਟੀ ਹੋ ਜਾਣ ਤੇ ਉਹ ਪ੍ਰੈਜ਼ੀਡੈਂਟ ਬਾਈਡਨ ਨੂੰ ਇੰਪੀਚ ਵੀ ਕੀਤਾ ਜਾਏ, ਕਿਉਂਕਿ ਉਹਦੀ ਵੀ ਕਾਫੀ ਮੰਗ ਆ ਰਹੀ ਹੈ। ਲੋਕਾਂ ਦੇ ਦਿਲਾਂ ਵਿੱਚ ਬਹੁਤ ਗੁੱਸਾ ਹੈ। ਜਿਸ ਤਰੀਕੇ ਨਾਲ ਅਮਰੀਕਾ ਦੀ ਰੈਪੂਟੇਸ਼ਨ ਪੂਰੀ ਦੁਨੀਆ ਵਿੱਚ ਖਰਾਬ ਹੋਈ ਹੈ। ਬ੍ਰਿਟਿਸ਼ ਪਾਰਲੀਮੈਂਟ ਨੇ ਕੰਟੈਂਪਟ ਦਾ ਬਿੱਲ ਪਾਸ ਕੀਤਾ ਹੈ ਜੋ ਬਾਈਡਨ ਵਾਸਤੇ, ਅਮਰੀਕਨ ਪ੍ਰੈਜ਼ੀਡੈਂਟ ਵਾਸਤੇ। ਇਹਦਾ ਇਲੈਕਸ਼ਨ ਤੇ ਬਹੁਤ ਵੱਡਾ ਅਸਰ ਪਏਗਾ, ਸਿਰਫ 2022 ਨਹੀਂ 2024 ਤੱਕ। ਤੁਸੀਂ ਮੁੱਢਲੇ ਤੌਰ ਤੇ ਇੱਕ ਗੱਲ ਕਹੀ ਸੀ ਕਿ ਸਭ ਤੋਂ ਜ਼ਿਆਦਾ ਇਹਦਾ ਨੁਕਸਾਨ ਪਾਕਿਸਤਾਨ ਨੂੰ ਹੋਵੇਗਾ। ਪਾਕਿਸਤਾਨ ਤੇ ਚਾਈਨਾ ਦੇ ਇਸ ਵੇਲੇ ਜਿਹੜੇ ਰਿਲੇਸ਼ਨਸ਼ਿਪ ਨੇ, ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨਸ਼ਿਪ ਨੇ, ਇਹਨਾਂ ਦੇ ਵਿੱਚ ਤੁਸੀਂ ਉਸ ਖਿੱਤੇ ਦੇ ਵਿੱਚ ਜਿਹੜੀ ਮੌਜੂਦਾ ਸਿਚੁਏਸ਼ਨ ਹੈ, ਥੋੜੇ ਸ਼ਬਦਾਂ ਦੇ ਵਿੱਚ ਤੁਹਾਡੇ ਰਿਮਾਰਕਸ ਕੀ ਹੋਣਗੇ? ਸਰ, ਇਹ ਜਿਹੜਾ ਅਮਰੀਕਾ ਦਾ ਜਿਹੜਾ ਵੈਕਿਊਮ ਛੱਡ ਕੇ ਗਏ ਨੇ, ਜਿੰਨੀ ਤੇਜ਼ੀ ਨਾਲ ਇਹ ਨਿਕਲੇ ਨੇ, ਔਰ ਜਿੰਨੀ ਇੱਕ ਵਾਰੀ ਫਿਰ ਮੈਂ ਕਹਾਂ ਬੇਵਕੂਫੀ ਨਾਲ ਇਹ ਨਿਕਲੇ ਨੇ, ਉਹਦਾ ਉਸ ਵੈਕਿਊਮ ਦਾ ਚਾਈਨਾ ਨੇ ਪੂਰਾ ਫਾਇਦਾ ਚੁੱਕਿਆ ਹੈ। ਔਰ ਚਾਈਨਾ ਇਜ਼ ਦ ਨੈਕਸਟ ਸੁਪਰ ਪਾਵਰ। ਔਰ ਚਾਈਨਾ ਨੇ ਜਦੋਂ ਤਾਲਿਬਾਨ ਦੇ ਜਿਹੜੀ ਟੌਪ ਲੀਡਰਸ਼ਿਪ 2 ਹਫ਼ਤੇ ਪਹਿਲੇ ਚਾਈਨਾ ਗਈ ਸੀ, ਔਰ ਚਾਈਨਾ ਦੇ ਫੋਰਨ ਮਿਨਿਸਟਰ ਨੇ ਆ ਕੇ ਉਹਨਾਂ ਨੂੰ ਆਫੀਸ਼ੀਅਲ ਵੈਲਕਮ ਕੀਤਾ ਸੀ। ਤੁਸੀਂ ਤਸਵੀਰਾਂ ਵੀ ਵੇਖੀਆਂ ਹੋਣੀਆਂ, ਉਹਨਾਂ ਨੂੰ ਪੂਰਾ ਸਟੇਟ ਵਿਜ਼ਿਟ ਦਾ ਦਰਜਾ ਦਿੱਤਾ ਸੀ। तो चाइना बिल्कुल अंदर इन्वॉल्व है। चाइना इकनॉमिकली अफगानिस्तान कंट्रोल करेगा और चाइना का वास्ते बड़ा स्ट्रेटेजिक है अफगानिस्तान, क्योंकि जो चाइना सिल्क राउट बन रहा है, जो सी पैक कॉरीडोर बना रहा है चाइना, वो बिल्कुल अफगानिस्तान के विचों जा रहा है। तो अफगानिस्तान इज़ वेरी स्ट्रेटेजिक फॉर चाइना, और चाइना इस वेले पूरी कैपेबिलिटी रखता है कि वो अफगानिस्तान नू फाइनैंशियल अमदाद भी दे ते अफगानिस्तान नू होर भी सिक्योरिटी दे। ਉੱਥੇ ਸਿੱਖਾਂ ਤੇ ਹਿੰਦੂਆਂ ਦੀ ਹੋਣੀ ਨੂੰ ਜਾਂ ਮਿਨੋਰਿਟੀਜ਼ ਦੀ ਹੋਣੀ ਨੂੰ ਅਫਗਾਨਿਸਤਾਨ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ? ਸਿੱਖਾਂ ਦੇ ਨਾਲ ਜਿਹੜਾ ਮੈਂ ਵੇਖ ਰਿਹਾ ਤਾਲਿਬਾਨ ਦਾ ਇਸ ਵੇਲੇ ਇੱਕ ਪਿੱਛੇ ਗੱਲ ਆਈ ਸੀ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਤੇ ਗਏ ਸਨ। ਉਹਦਾ ਜਦ ਅਸੀਂ ਪਤਾ ਕੀਤਾ ਤਾਂ ਉਹਦਾ ਇਹ ਆਇਆ ਸੀ ਕਿ ਬਈ ਉਹ ਤਾਲਿਬਾਨ ਨੇ ਨਹੀਂ ਕਿਹਾ, ਜਿਹੜੇ ਲੋਕਲ ਉੱਥੇ ਦੇ ਮੈਨੇਜਮੈਂਟ ਸੀ ਉਹਨਾਂ ਨੇ ਆਪ ਹੀ ਹਟਾਤੇ ਸੀ कि पिछले दौर च तंग करते सी तो उन्होंने आप हटाते, तो फिर तालिबान ने उल्टा जाके वो अगले दिन निशान साहब वापस लगवाया सी। तो कन्फ्लिक्टिंग रिपोर्ट्स आ रही ने, पर जेडे साडे सिख भरा उत्थे रह रहे ने, जेडे रहिंदे ने वो दशकां तो रह रहे ने, सालां 100 200 300 400 सालां तो उत्थे रह रहे ने। गुरु नानक देव जी के टाइम तो उत्थे रह रहे ने, तो वो बड़े बहादुर सिख ने। वो इवें मेरी कुछ फैमिलियां नाल पिछे भी गल हुई सी, ਜਦੋਂ 2-3 ਸਾਲ ਪਹਿਲੇ ਵੀ ਅਟੈਕ ਹੋਇਆ ਸੀ, ਉਹਨਾਂ ਨਾਲ ਗੱਲਬਾਤ ਹੋਈ ਸੀ, ਤੇ ਉਹ ਉੱਥੋਂ ਦੇ ਹਾਲਾਤ ਨਾਲ ਉਹ ਲੜ ਰਹੇ ਨੇ, ਔਰ ਉੱਥੋਂ ਉਹ
ਜਿਨ੍ਹਾਂ ਨੇ ਜਾਣਾ ਸੀ ਉਹ ਚਲੇ ਗਏ ਨੇ ਕਿ ਇੰਡੀਆ ਚਲੇ ਗਏ ਨੇ, ਕੁਝ ਫੈਮਲੀਆਂ ਨਾਲ ਅਸੀਂ ਇੱਥੇ ਵੀ ਵਰਕ ਕਰ ਰਹੇ ਹਾਂ, ਅਮਰੀਕਾ ਵਾਸਤੇ ਵੀ। ਪਰ ਜਿਹੜੇ ਉੱਥੇ ਰਹਿ ਗਏ ਨੇ ਉਹ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਗੁਰਦੁਆਰੇ ਛੱਡ ਕੇ, ਅਸੀਂ ਇਹ ਜਗ੍ਹਾ ਛੱਡ ਕੇ ਨਹੀਂ ਜਾਂਦੇ, ਅਸੀਂ ਲੜਾਂਗੇ, ਅਸੀਂ ਇੱਥੇ ਹੀ ਰਵਾਂਗੇ। ਔਰ ਇਹ ਸਿੱਖੀ ਦਾ ਜਜ਼ਬਾ ਹੈ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਕਾਇਮ ਹੈ। ਅੱਜ ਠੀਕ ਹੈ ਅਸੀਂ ਨੰਬਰ ਉੱਥੇ ਸਾਡੇ ਘੱਟ ਨੇ, ਪਰ ਸਿੱਖ ਜਿੱਥੇ ਵੀ ਜਾਂਦਾ ਹੈ ਉਹ ਆਪਣੇ ਗੁਰਦੁਆਰੇ ਤੇ ਉਹਨਾਂ ਦੀ ਹਿਫਾਜ਼ਤ ਐਂਡ ਤੱਕ ਕਰਦਾ ਹੈ, ਔਰ ਉਹ ਸਿੱਖ ਕਰ ਰਹੇ ਨੇ, ਔਰ ਸਾਡਾ ਉਹਨਾਂ ਨੂੰ ਬਹੁਤ ਬਹੁਤ ਸਲਾਮ ਹੈ। ਪਰ ਅਸੀਂ ਉਹਨਾਂ ਵਾਸਤੇ ਤਿਆਰ ਬਰ ਤਿਆਰ ਖੜ੍ਹੇ ਹਾਂ, ਉਹਨਾਂ ਵਾਸਤੇ ਹਰ ਨੀਡ ਵਾਸਤੇ ਅਸੀਂ ਬੈਠੇ ਹਾਂ। ਇੰਡੀਅਨ ਗਵਰਨਮੈਂਟ ਦਾ ਅਸੀਂ ਬੜੇ ਧੰਨਵਾਦੀ ਹਾਂ ਜਿਹੜੇ ਸਤਿਕਾਰ ਨਾਲ ਸਾਡੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਇੰਡੀਆ ਆਈਆਂ ਨੇ, ਅਤੇ ਅਫਗਾਨੀ ਸਿੱਖ ਜਿਹੜੇ ਸਾਡੇ ਭਰਾ ਆਏ ਨੇ, ਅਤੇ ਬਾਕੀ ਇੱਥੇ ਵੀ ਕਈ ਆਰਗੇਨਾਈਜੇਸ਼ਨਸ ਨੇ ਜਿਹੜਾ ਕੰਮ ਕਰ ਰਹੀਆਂ ਨੇ, ਅਸੀਂ ਵੀ ਨਾਲ ਉਹਨਾਂ ਦੇ ਇਹਦੇ ਵਿੱਚ ਕੰਮ ਕਰ ਰਹੇ ਹਾਂ। ਜਿਸ ਜਜ਼ਬੇ ਨੂੰ ਤੁਸੀਂ ਸਲਾਮ ਕੀਤੀ ਹੈ ਉਹਦੇ ਲਈ ਕਈ ਲੋਕ ਨੇ ਜਿਹੜੇ ਵੱਖ-ਵੱਖ ਜਗ੍ਹਾ ਦੇ ਉੱਤੇ ਫੰਡ ਰੇਜ਼ ਕਰ ਰਹੇ ਨੇ, ਉਹ ਸਹੀ ਢੰਗ ਨਾਲ ਉਹ ਫੰਡ ਜਿਹੜੇ ਨੇ ਉਹਨਾਂ ਤੱਕ ਪਹੁੰਚ ਜਾਣ। ਤੁਹਾਡੀ ਸੰਸਥਾ ਜਾਂ ਬਾਕੀ ਤੁਸੀਂ ਕੀ ਕਹੋਗੇ ਐਂਡ ਤੇ ਸਾਡੇ ਦਰਸ਼ਕਾਂ ਨੂੰ ਕਿ ਕਿਸ ਤਰੀਕੇ ਨਾਲ ਉਹ ਸਹੀ ਜਗ੍ਹਾ ਦੇ ਉੱਤੇ ਉਹਨਾਂ ਲੋਕਾਂ ਨੂੰ ਮਦਦ ਪਹੁੰਚਣੀ ਚਾਹੀਦੀ ਹੈ ਜਿਹੜੇ ਅਜੇ ਵੀ ਇੱਕ ਬੜੇ ਵੱਡੇ ਉਸ ਸਿਚੁਏਸ਼ਨ ਦੇ ਵਿੱਚ ਬੈਠੇ ਨੇ ਜਿਹਦੇ ਬਾਰੇ ਸੋਚ ਕੇ ਵੀ ਆਮ ਬੰਦਾ ਕੰਮ ਚਾਹੁੰਦਾ ਹੈ? ਬਿਲਕੁਲ ਇਹੀ ਕਹਾਂਗਾ ਕਿ ਸਾਨੂੰ ਪੂਰੀ ਮਦਦ ਕਰਨੀ ਚਾਹੀਦੀ ਹੈ, ਫੰਡਸ ਜਿੰਨੇ ਕੁ ਅਸੀਂ ਹੋ ਸਕੀਏ, ਪਰ ਮੇਨ ਇਹ ਹੈ ਕਿ ਉਹ ਜਿਨ੍ਹਾਂ ਵਾਸਤੇ ਅਸੀਂ ਇਕੱਠੇ ਕਰ ਰਹੇ ਹਾਂ ਉਹਨਾਂ ਨੂੰ ਮਿਲਣ, ਉਹਨਾਂ ਨੂੰ ਪਹੁੰਚੇ। ਔਰ ਅਨਫੋਰਚੂਨੇਟਲੀ ਸਾਡੀ ਕਈ ਇਸ ਵੇਲੇ ਲੋਕ ਆ ਜਾਂਦੇ ਨੇ ਜਿਨ੍ਹਾਂ ਦੇ ਕਿ ਆਬਜੈਕਟਿਵ ਸਹੀ ਨਹੀਂ ਹੁੰਦੇ। ਤੁਸੀਂ ਹਮੇਸ਼ਾ ਵੇਖੋ ਜਿਹੜੀ ਵੀ ਆਰਗੇਨਾਈਜੇਸ਼ਨ ਨੂੰ ਜਿਹਨੂੰ ਤੁਸੀਂ ਫੰਡ ਦੇ ਰਹੇ ਹੋ ਉਹ ਪਹਿਲਾਂ ਤਾਂ ਗਵਰਨਮੈਂਟ ਨਾਲ ਰਜਿਸਟਰਡ ਹੋਏ ਪ੍ਰੋਪਰ, ਕਿਉਂਕਿ ਜੇ ਗਵਰਨਮੈਂਟ ਨਾਲ ਰਜਿਸਟਰਡ ਹੈ ਮਤਲਬ ਉਹ ਵੈਟਡ ਹੈ, ਲੋਕਾਂ ਨੇ ਉਹਨਾਂ ਨੂੰ ਚੈੱਕ ਕੀਤਾ ਹੋਇਆ ਹੈ, ਗਵਰਨਮੈਂਟ ਨੇ ਚੈੱਕ ਕੀਤਾ ਹੈ। ਤੁਸੀਂ ਉਹਨਾਂ ਹੀ ਆਰਗੇਨਾਈਜੇਸ਼ਨਸ ਨਾਲ ਆਪਣੇ ਫੰਡਸ ਦਿਓ। ਆਨਲਾਈਨ ਵੀ ਬਹੁਤ ਆਰਗੇਨਾਈਜੇਸ਼ਨਸ ਆ ਜਾਂਦੀਆਂ ਨੇ, ਬਟ ਅਮਰੀਕਾ ਵਿੱਚ ਗੋ ਫੰਡ ਮੀ ਹੈ, ਇਹ ਜੀ 2-4 ਆਰਗੇਨਾਈਜੇਸ਼ਨਸ ਨੇ ਪੂਰੀ ਤਰ੍ਹਾਂ ਵੈਟ ਕਰਕੇ ਜਦੋਂ ਕਿ ਉਹ ਸਰਟੀਫਾਈਡ ਨੇ, ਉਹਨਾਂ ਨੂੰ ਅਪਰੂਵਲ ਮਿਲੀ ਹੋਈ ਹੈ, ਉਹਨਾਂ ਆਰਗੇਨਾਈਜੇਸ਼ਨਸ ਨੂੰ ਹੀ ਤੁਸੀਂ ਪੈਸੇ ਦਿਓ। ਬਹੁਤ ਸ਼ੁਕਰੀਆ। ਅਫਗਾਨਿਸਤਾਨ ਦੀ ਤਾਜ਼ਾ ਸਥਿਤੀ ਆਮ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਲੋਕਾਂ ਲਈ ਜੋ ਆਮ ਤੌਰ ਤੇ ਸ਼ਾਇਦ ਇਹਨਾਂ ਘਟਨਾਵਾਂ ਦੇ ਨਾਲ ਜ਼ਿਆਦਾ ਨਾ ਜੁੜੇ ਰਹਿੰਦੇ ਹੋਣ, ਪਰ ਜਿਸ ਤਰ੍ਹਾਂ ਦੇ ਦ੍ਰਿਸ਼ ਤੇ ਜਿਸ ਤਰ੍ਹਾਂ ਦੇ ਇਸ ਵੇਲੇ ਹਾਲਾਤ ਅਫਗਾਨਿਸਤਾਨ ਦੇ ਵਿੱਚ ਬਣੇ ਹੋਏ ਨੇ ਉਹ ਦਿਲ ਦਹਿਲਾ ਦੇਣ ਵਾਲੇ ਨੇ। ਮਨੁੱਖਤਾ ਦਾ ਕਾਨ ਜੋ ਰੀਸੈਂਟਲੀ ਤਸਵੀਰਾਂ ਉੱਥੋਂ ਦੇ ਚੌਪਰ ਦੇ ਉੱਪਰ ਵਿਖਾਈਆਂ ਜਾ ਰਹੀਆਂ ਨੇ, ਬੇਹੱਦ ਹੀ ਉਹ ਆਮ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੇ ਨੇ। ਅਮਰੀਕਾ ਨੇ ਜਿਸ ਤਰ੍ਹਾਂ ਨਾਲ ਇਹ ਸਾਰਾ ਅਫਗਾਨਿਸਤਾਨ ਦੇ ਵਿੱਚ ਇੱਕ ਵੈਕਿਊਮ ਛੱਡਿਆ ਹੈ, ਜਿਸ ਤਰ੍ਹਾਂ ਜਸਦੀਪ ਸਿੰਘ ਹੋਰਾਂ ਨੇ ਗੱਲ ਕਹੀ ਹੈ, ਉਹਨੂੰ ਚਾਈਨਾ ਭਰਦਾ ਹੈ। ਜੇ ਚਾਈਨਾ ਭਰਦਾ ਹੈ ਤੇ ਉਹ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ, ਕਿਉਂਕਿ ਚਾਈਨਾ ਦੇ ਵਿੱਚ ਖੁਦ ਮਨੁੱਖੀ ਅਧਿਕਾਰਾਂ ਦਾ ਵੱਡਾ ਉਲੰਘਣ ਵੇਖਣ ਨੂੰ ਮਿਲ ਰਿਹਾ ਹੈ। ਉਈਗਰ ਮੁਸਲਮਾਨ ਲਗਾਤਾਰ ਪੀੜਤ ਨੇ, ਜਿਹਦੇ ਲਈ ਅਜੇ ਵੀ ਚਾਈਨਾ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਜੇ ਚਾਈਨਾ ਸਟਰੋਂਗ ਹੁੰਦਾ ਹੈ ਅਫਗਾਨਿਸਤਾਨ ਦੇ ਵਿੱਚ ਆ ਕੇ ਤਾਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ? ਇਹ ਸਾਰੇ ਸਵਾਲ ਨੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਜਵਾਬ ਦੀ ਮੰਗ ਕਰਨਗੇ, ਔਰ ਇਹਦੇ ਜਵਾਬ ਲੈ ਕੇ ਫਿਰ ਅਸੀਂ ਤੁਹਾਡੇ ਹਾਜ਼ਰ ਹੋਵਾਂਗੇ। ਇਸ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ PTC, ਔਰ ਇਸ ਦੇ ਬਾਰੇ ਤੁਸੀਂ ਆਪਣੀ ਫੀਡਬੈਕ ਵੀ ਸਾਨੂੰ ਭੇਜ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ।